ਮੈਂ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਇੰਡੀਆ ਆਉਂਦਿਆਂ ਹੀ ਮੈਨੂੰ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੀ ਚਿੰਤਾ ਲੱਗੀ ਹੋਈ ਸੀ। ਪਰ ਘਰ ਵਿੱਚ ਇੱਕ ਨਵਾਂ ਤਮਾਸ਼ਾ ਹੀ ਚੱਲ ਰਿਹਾ ਹੁੰਦਾ। ਜਦੋਂ ਵੀ ਮੈਂ ਬਾਹਰ ਤੋਂ ਥੱਕਿਆ ਹਾਰਾ ਹੁੰਦਾ ਤਾਂ ਮੇਰੀ ਮਾਂ ਮੇਰੇ ਸਾਹਮਣੇ ਦੁਖੜਾ ਲੈ ਕੇ ਬੈਠ ਜਾਂਦੀ ਕਿ ਤੇਰੀ ਪਤਨੀ ਘਰੇ ਨਹੀਂ ਬੈਠਦੀ, ਹਮੇਸ਼ਾ ਗਵਾਂਢੀਆਂ ਦੇ ਘਰ ਬੈਠੀ ਰਹਿੰਦੀ ਹੈ। ਇਹ ਗੱਲ ਤਾਂ ਬਿਲਕੁਲ ਠੀਕ ਸੀ। ਮੇਰੀ ਪਤਨੀ ਸੰਦੀਪ ਜ਼ਿਆਦਾ ਵਾਰ ਗਵਾਂਢੀਆਂ ਦੇ ਘਰ ਹੀ ਮਿਲਦੀ। ਮੈਂ ਆਪਣੇ ਬੇਟੇ ਤੋਂ ਪਾਣੀ ਦਾ ਗਲਾਸ ਮੰਗਿਆ, ਦੇਖਿਆ ਕਿ ਪੂਰਾ ਘਰ ਬਿਖਰਿਆ ਪਿਆ ਸੀ। ਮਾਂ ਕਹਿਣ ਲੱਗੀ, ਆਪਣੀ ਪਤਨੀ ਨੂੰ ਕਹਿ ਕਿ ਥੋੜਾ ਘਰ ਦਾ ਵੀ ਧਿਆਨ ਰੱਖੇ, ਤੂੰ ਉਸ ਨੂੰ ਸਿਰ ਤੇ ਚੜਾ ਕੇ ਰੱਖਿਆ ਹੈ। ਮਾਂ ਦੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ, ਮੰਮੀ ਤੁਸੀਂ ਇਹ ਗੱਲ ਸੰਦੀਪ ਨੂੰ ਵੀ ਕਹਿ ਸਕਦੇ ਹੋ। ਮੈਂ ਥੱਕਿਆ ਹਾਰਾ ਘਰ ਆਉਂਦਾ ਹਾਂ, ਮੈਨੂੰ ਵੀ ਸਕੂਨ ਚਾਹੀਦਾ ਹੈ। ਤੇਰੀ ਪਤਨੀ ਮੈਨੂੰ ਕੁਝ ਸਮਝਦੀ ਹੀ ਕਿੱਥੇ ਹੈ, ਅਜੇ ਤੱਕ ਖਾਣਾ ਨਹੀਂ ਬਣਾਇਆ। ਉਹ ਹੈ ਕਿ ਸੁਰਖੀ ਪਾਊਡਰ ਲਾ ਕੇ ਗਵਾਂਢੀਆਂ ਦੇ ਘਰ ਬੈਠੀ ਆ, ਉਸ ਨੂੰ ਕੁਝ ਸਮਝਾ। ਮੰਮੀ ਗੁੱਸੇ ਨਾਲ ਤਪੀ ਬੈਠੀ ਸੀ। ਮੈਂ ਵੀ ਰੋਜ਼ ਦੀ ਕਿਚ ਤੋਂ ਪਰੇਸ਼ਾਨ ਹੋ ਗਿਆ ਸੀ। ਫਿਰ ਸੰਦੀਪ ਘਰ ਆਉਂਦੀ ਹੈ ਮੁਸਕਰਾਉਂਦੀ ਹੋਈ। ਉਸ ਨੂੰ ਦੇਖ ਕੇ ਮੰਮੀ ਫਿਰ ਸ਼ੁਰੂ ਹੋ ਗਈ। ਘਰ ਦਾ ਕੰਮ ਪੂਰਾ ਨਹੀਂ ਹੁੰਦਾ, ਸੱਜ ਧੱਜ ਕੇ ਗੁਆਂਢੀਆਂ ਦੇ ਘਰ ਬੈਠ ਜਾਂਦੀ ਹੈ ਜਿਵੇਂ ਕਿ ਪਤਾ ਨਹੀਂ ਕੀ ਗੁੱਲ ਖਲੋਂਦੀ ਫਿਰਦੀ ਆ। ਸੰਦੀਪ ਦੇ ਹੱਥ ਵਿੱਚ ਇੱਕ ਵੱਡਾ ਕਟੋਰਾ ਸੀ ਜੋ ਉਸਨੇ ਖਾਣੇ ਦੀ ਮੇਜ਼ ਤੇ ਰੱਖਿਆ। ਮੈਂ ਦੇਰ ਤੋਂ ਹੀ ਮੰਮੀ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ, ਇਸ ਲਈ ਮੈਂ ਸੰਦੀਪ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਕਿੱਥੋਂ ਆ ਰਹੀ ਹੈ? ਸੰਦੀਪ ਕਹਿਣ ਲੱਗੀ, ਥੋੜਾ ਹੌਲੀ ਵੀ ਪੁੱਛ ਸਕਦੇ ਸੀ, ਬੋਲੀ ਨਹੀਂ ਹਾਂ ਮੈਂ। ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਉਹ ਰਸੋਈ ਵਿੱਚ ਜਾ ਕੇ ਰੋਟੀ ਬਣਾਉਣ ਲੱਗੀ। ਮੇਰੀ ਮੰਮੀ ਨੂੰ ਇੱਕ ਹੋਰ ਮੌਕਾ ਮਿਲ ਗਿਆ ਸੀ ਬੋਲਣ ਦਾ। ਕਹਿਣ ਲੱਗੀ, ਦੇਖੋ ਤੇਵਰ, ਇੱਕ ਦਿਨ ਤੇਰਾ ਨੱਕ ਕਟਵਾਏਗੀ, ਬਦਨਾਮੀ ਕਰੇਗੀ, ਤੈਨੂੰ ਉਦੋਂ ਸਮਝ ਆਵੇਗੀ। ਮੈਂ ਮੰਮੀ ਨੂੰ ਗੁੱਸੇ ਵਿੱਚ ਕਿਹਾ, ਬਸ ਕਰ ਮਾਂ, ਮੈਂ ਰੋਜ਼ ਦੀ ਇਸ ਕਹਾਣੀ ਤੋਂ ਤੰਗ ਆ ਗਿਆ ਹਾਂ। ਮੇਰੀ ਮੰਮੀ ਕਹਿਣ ਲੱਗੀ ਕਿ ਬਣਿਆ ਰਹਿ ਜੋਰੂ ਦਾ ਗੁਲਾਮ। ਫਿਰ ਸੰਦੀਪ ਰੋਟੀ ਲੈ ਕੇ ਆ ਗਈ। ਸ਼ਾਇਦ ਉਹ ਖਾਣਾ ਬਣਾ ਕੇ ਗਈ ਸੀ ਕਿਉਂਕਿ ਹੁਣ ਤਾਂ ਉਸਨੇ ਰੋਟੀਆਂ ਬਣਾਈਆਂ ਸਨ, ਚਟਨੀ ਰਾਇਤਾ ਸਭ ਬਣਿਆ ਹੋਇਆ ਸੀ। ਫਿਰ ਮੇਰੀ ਨਜ਼ਰ ਉਸ ਕਟੋਰੇ ਤੇ ਪਈ ਜੋ ਸੰਦੀਪ ਲੈ ਕੇ ਆਈ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇਹ ਸਬਜ਼ੀ ਗੁਆਂਢੀਆਂ ਦੇ ਘਰ ਲੈ ਕੇ ਆਈ ਹੈ? ਤਾਂ ਉਹ ਥੋੜਾ ਘਬਰਾ ਗਈ ਤੇ ਕਹਿਣ ਲੱਗੀ ਕਿ ਸਾਡੀ ਗੁਆਂਢ ਸੁਖਪਾਲ ਬਹੁਤ ਚੰਗੀ ਹੈ। ਮੈਂ ਤਾਂ ਹਾਲ ਚਾਲ ਪੁੱਛਣ ਉਹਨਾਂ ਦੇ ਘਰ ਗਈ ਸੀ। ਉਸ ਨਾਲ ਗੱਲ ਕਰਦੇ ਮੈਨੂੰ ਜ਼ਿਆਦਾ ਸਮਾਂ ਲੱਗ ਗਿਆ ਸੀ। ਮੈਂ ਹਜੇ ਸਬਜ਼ੀ ਬਣਾਉਣੀ ਸੀ ਤਾਂ ਉਸਨੇ ਅੱਧੀ ਮੈਨੂੰ ਦੇ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸ ਨੂੰ ਕੋਈ ਹੋਰ ਸਵਾਲ ਕਰਦਾ, ਉਹ ਪਾਣੀ ਦੇ ਬਹਾਨੇ ਰਸੋਈ ਵਿੱਚ ਚਲੇ ਗਈ। ਮੈਂ ਉਹਨਾਂ ਮਰਦਾਂ ਵਿੱਚੋਂ ਨਹੀਂ ਸੀ ਜੋ ਆਪਣੀ ਪਤਨੀ ਤੇ ਸ਼ੱਕ ਕਰੇ, ਪਰ ਸੰਦੀਪ ਦੀਆਂ ਹਰਕਤਾਂ ਮੈਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਸਨ। ਮੈਂ ਰਾਤ ਨੂੰ ਉਸ ਨੂੰ ਕਿਹਾ ਕਿ ਗੁਆਂਢੀਆਂ ਦੇ ਘਰ ਨਾ ਜਾਇਆ ਕਰ, ਤਾਂ ਉਹ ਕਹਿਣ ਲੱਗੀ, ਆਪ ਤਾਂ 5 ਸਾਲ ਵਿਦੇਸ਼ 'ਚ ਲਾ ਆਏ, ਵਿਆਹ ਦੇ ਕੁਝ ਮਹੀਨਿਆਂ ਬਾਅਦ ਮੈਨੂੰ ਇਕੱਲਾ ਛੱਡ ਕੇ ਚਲੇ ਗਏ, ਮੇਰਾ ਜਰਾ ਵੀ ਖਿਆਲ ਨਹੀਂ ਆਇਆ। ਉਹ ਸੱਚ ਹੀ ਕਹਿ ਰਹੀ ਸੀ। ਮੇਰੀ ਮਾਂ ਦਾ ਸੁਭਾਅ ਥੋੜਾ ਗਰਮ ਹੈ ਤੇ ਮੈਂ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਪੈਸੇ ਕਮਾਉਣ ਦੇ ਚੱਕਰ ਵਿੱਚ ਅਮਰੀਕਾ ਚਲਾ ਗਿਆ ਸੀ। ਮੈਂ ਸੰਦੀਪ ਨੂੰ ਪਿਆਰ ਨਾਲ ਚੁੱਪ ਕਰਾਇਆ ਤੇ ਉਹ ਛੇਤੀ ਮੰਨ ਵੀ ਗਈ। ਅਗਲੇ ਦਿਨ ਛੁੱਟੀ ਸੀ। ਮੈਂ ਸਵੇਰੇ ਉੱਠ ਕੇ ਕਮਰੇ ਵਿੱਚੋਂ ਬਾਹਰ ਆਇਆ ਤੇ ਸੰਦੀਪ ਨੂੰ ਆਵਾਜ਼ ਦਿੱਤੀ ਤਾਂ ਸਾਹਮਣੇ ਸੋਫੇ ਤੇ ਬੈਠੀ ਮਾਂ ਬੋਲੀ, ਕੀ ਸੰਦੀਪ ਕਰ ਰਿਹਾ ਹੈ? ਉਹ ਘਰੇ ਹੋਵੇਗੀ ਤਾਂ ਆਵਾਜ਼ ਦੇਵੇਗੀ। ਸਵੇਰੇ ਸੈਰ ਸਪਾਟੇ ਲਈ ਨਿਕਲ ਗਈ ਹੈ। ਉਸ ਨੂੰ ਨਾ ਘਰ ਦਾ ਖਿਆਲ ਹੈ ਨਾ ਪਰਿਵਾਰ ਦਾ। ਮੈਨੂੰ ਵੀ ਮਾਂ ਦੀਆਂ ਗੱਲਾਂ ਸੁਣ ਕੇ ਸੰਦੀਪ ਤੇ ਗੁੱਸਾ ਆਉਣ ਲੱਗਿਆ। ਮੈਂ ਮੰਮੀ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਤਾਂ ਮੰਮੀ ਕਹਿਣ ਲੱਗੀ, ਮਹਾਰਾਣੀ ਛੱਤ ਤੇ ਹੋਵੇਗੀ। ਜਦੋਂ ਦੇਖੋ ਜਾਂ ਤਾਂ ਗਵਾਂਢੀਆਂ ਦੇ ਘਰ ਜਾਂਦੀ ਹੈ ਜਾਂ ਫਿਰ ਛੱਤ ਤੇ ਲਟਕ ਕੇ ਉਹਨਾਂ ਨਾਲ ਗੱਲਾਂ ਕਰਦੀ ਹੈ। ਉਸ ਨੂੰ ਤਾਂ ਆਪਣੇ ਬੇਟੇ ਦਾ ਵੀ ਖਿਆਲ ਨਹੀਂ ਹੈ। ਇਹ ਕਹਿ ਕੇ ਮੰਮੀ ਰੋਣ ਲੱਗੀ। ਕਿੰਨੇ ਅਰਮਾਨ ਸੀ ਜਦੋਂ ਉਸ ਨੂੰ ਨੂੰਹ ਬਣਾ ਕੇ ਲਿਆਏ ਸੀ। ਸੋਚਿਆ ਸੀ ਨੂੰਹ ਦੇ ਆਉਣ ਨਾਲ ਮੈਨੂੰ ਵੀ ਥੋੜਾ ਆਰਾਮ ਮਿਲੇਗਾ, ਪਰ ਉਸ ਨੇ ਤਾਂ ਮੇਰਾ ਜਿਉਣਾ ਹਰਾਮ ਕਰ ਦਿੱਤਾ। ਕੀ ਦੱਸਾਂ ਪੁੱਤ ਤੈਨੂੰ, ਜਦੋਂ ਤੂੰ ਅਮਰੀਕਾ ਚਲਾ ਗਿਆ ਸੀ ਤਾਂ ਮੈਂ ਰੋ ਕੇ ਦਿਨ ਕੱਢੇ ਹਨ। ਪਹਿਲਾਂ ਤਾਂ ਮੈਂ ਮੰਮੀ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੰਦਾ ਸੀ, ਪਰ ਹੁਣ ਮੰਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਿਆ ਸੀ। ਮੰਮੀ ਦੀਆਂ ਗੱਲਾਂ ਨੇ ਮੇਰੇ ਦਿਮਾਗ ਵਿੱਚ ਸ਼ੱਕ ਦਾ ਬੀਜ ਬੋ ਦਿੱਤਾ। ਫਿਰ ਸੰਦੀਪ ਪੌੜੀਆਂ ਤੋਂ ਉਤਰ ਰਹੀ ਸੀ। ਉਸ ਦੇ ਹੱਥ ਵਿੱਚ ਅੱਜ ਵੀ ਇੱਕ ਕਟੋਰਾ ਸੀ। ਉਹ ਜਲਦੀ ਨਾਲ ਰਸੋਈ ਵਿੱਚ ਗਈ ਤਾਂ ਮੈਂ ਥੋੜੇ ਗੁੱਸੇ ਨਾਲ ਪੁੱਛਿਆ ਕਿ ਇਸ ਵਿੱਚ ਕੀ ਲੈ ਕੇ ਆਈ ਹੈ।
ਫਿਰ ਉਹ ਥੋੜਾ ਘਬਰਾ ਗਈ ਤੇ ਕਹਿਣ ਲੱਗੀ, ਇਸ ਵਿੱਚ ਖੰਡ ਹੈ। ਤੁਸੀਂ ਸੋ ਰਹੇ ਸੀ, ਘਰ ਵਿੱਚ ਖੰਡ ਖਤਮ ਸੀ ਤਾਂ ਮੈਂ ਸੋਚਿਆ ਗੁਆਂਢੀਆਂ ਤੋਂ ਲੈ ਆਉਂਦੀ ਹਾਂ। ਮੰਮੀ ਕਹਿਣ ਲੱਗੀ ਕਿ 1 ਘੰਟੇ ਤੋਂ ਖੰਡ ਹੀ ਮੰਗ ਰਹੀ ਸੀ। ਉਹ ਆਪਣੇ ਆਪ ਨੂੰ ਬਚਾਉਂਦੀ ਹੋਈ ਬੋਲੀ, ਥੋੜਾ ਸਮਾਂ ਲੱਗ ਗਿਆ ਤਾਂ ਕੀ ਹੋ ਗਿਆ? ਮੰਮੀ ਤੁਹਾਡੇ ਲਈ ਹੀ ਚਾਹ ਬਣਾਉਣੀ ਸੀ, ਤੁਸੀਂ ਤਾਂ ਐਵੇਂ ਗੱਲ ਦਾ ਪਹਾੜ ਬਣਾ ਦਿੱਤਾ। ਮੰਮੀ ਫੇਰ ਸ਼ੁਰੂ ਹੋ ਗਈ ਕਿ ਮੇਰੀ ਤਾਂ ਕੋਈ ਇੱਜ਼ਤ ਹੀ ਨਹੀਂ ਹੈ। ਪਰ ਸੰਦੀਪ ਦਾ ਮੈਥੋਂ ਇਸ ਤਰ੍ਹਾਂ ਨਜ਼ਰਾਂ ਚੁਰਾਉਣਾ ਮੇਰੇ ਦਿਲ ਵਿੱਚ ਸ਼ੱਕ ਪੈਦਾ ਕਰ ਰਿਹਾ ਸੀ। ਫਿਰ ਅਸੀਂ ਰੋਟੀ ਖਾਣ ਲੱਗੇ। ਸੰਦੀਪ ਨੇ ਕੁਝ ਪਰੌਠੇ, ਦਹੀਂ, ਚਟਨੀ ਪਲੇਟ ਵਿੱਚ ਪਾ ਕੇ ਮੇਰੇ ਬੇਟੇ ਨੂੰ ਕਿਹਾ ਕਿ ਜਾ ਆਂਟੀ ਨੂੰ ਦੇ ਆ। ਤਾਂ ਅਚਾਨਕ ਮੰਮੀ ਬੋਲ ਪਈ ਕਿ ਇੰਨਾ ਦੇਣ ਦੀ ਕੀ ਜ਼ਰੂਰਤ ਹੈ। ਤਾਂ ਸੰਦੀਪ ਨੇ ਕਿਹਾ, ਸੁਖਪਾਲ ਭੈਣ ਨੂੰ ਮੇਰੇ ਹੱਥ ਦੇ ਪਰੌਠੇ ਬਹੁਤ ਪਸੰਦ ਹਨ। ਮੈਂ ਵੀ ਨਾਸ਼ਤਾ ਕਰਕੇ ਸੋਫੇ ਤੇ ਬੈਠ ਗਿਆ। ਸੰਦੀਪ ਰਸੋਈ ਵਿੱਚ ਚਲੇ ਗਈ। ਮੇਰਾ ਬੇਟਾ ਆਇਆ ਤਾਂ ਮੰਮੀ ਉਸ ਨੂੰ ਪੁੱਛਣ ਲੱਗੀ ਕਿ ਬੇਟਾ ਦੇ ਆਇਆ ਆਪਣੀ ਮਾਂ ਦੀ ਸਹੇਲੀ ਨੂੰ ਪਰੌਠੇ? ਤਾਂ ਮੇਰਾ ਬੇਟਾ ਕਹਿਣ ਲੱਗਿਆ, ਆਂਟੀ ਤਾਂ ਘਰੇ ਨਹੀਂ ਸੀ, ਅੰਕਲ ਹੀ ਸੀ, ਉਹਨਾਂ ਨੇ ਪਰੌਠੇ ਲੈ ਲਏ। ਉਹ ਕਹਿੰਦੇ ਸੀ ਤੇਰੀ ਮੰਮੀ ਬਹੁਤ ਸਵਾਦ ਪਰੌਠੇ ਬਣਾਉਂਦੀ ਹੈ। ਮੈਂ ਵੀ ਆਪਣੇ ਬੇਟੇ ਦੀ ਇਹ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ। ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣ ਲੱਗੇ। ਮਨ ਵਿੱਚ ਉਲਝਣ ਵੱਧ ਗਈ ਸੀ। ਸੰਦੀਪ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸੁਖਪਾਲ ਭੈਣ ਘਰ ਵਿੱਚ ਨਹੀਂ ਹੈ, ਕਿਉਂਕਿ ਥੋੜੀ ਦੇਰ ਪਹਿਲਾਂ ਤਾਂ ਉਹ ਖੰਡ ਲੈ ਕੇ ਆਈ ਸੀ। ਫਿਰ ਉਸਨੇ ਸੁਖਪਾਲ ਦਾ ਨਾਮ ਲੈ ਕੇ ਪਰੌਠੇ ਕਿਉਂ ਭੇਜੇ? ਮੈਂ ਆਪਣੀ ਪਤਨੀ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ, ਪਰ ਰਾਤ ਨੂੰ ਖਾਣਾ ਖਾ ਕੇ ਮੈਂ ਜਲਦੀ ਸੋ ਗਿਆ ਤੇ ਪਾਣੀ ਪੀਣ ਲਈ ਜਦੋਂ ਉੱਠਿਆ ਤਾਂ ਸੰਦੀਪ ਕਮਰੇ ਵਿੱਚ ਨਹੀਂ ਸੀ। ਫਿਰ ਮੈਂ ਬਾਹਰ ਆ ਕੇ ਦੇਖਿਆ ਤਾਂ ਮੈਨੂੰ ਲੱਗਿਆ ਕਿ ਉਹ ਛੱਤ ਉੱਪਰ ਹੈ, ਜਿਵੇਂ ਕਿਸੇ ਨਾਲ ਗੱਲਾਂ ਕਰ ਰਹੀ ਹੋਵੇ। ਮੇਰੀ ਆਹਟ ਸੁਣ ਕੇ ਉਹ ਸੰਭਲ ਗਈ। ਮੈਨੂੰ ਲੱਗਿਆ ਜਿਵੇਂ ਕੋਈ ਭੱਜ ਕੇ ਬਾਹਰ ਵਾਲੀ ਛੱਤ ਤੇ ਉਤਰਿਆ ਹੋਵੇ। ਮੈਂ ਜਾ ਕੇ ਦੇਖਿਆ ਪਰ ਉੱਥੇ ਕੋਈ ਨਹੀਂ ਸੀ। ਸੰਦੀਪ ਕਹਿਣ ਲੱਗੀ, ਉੱਪਰ ਕੀ ਦੇਖ ਰਹੇ ਹੋ? ਮੈਨੂੰ ਕਮਰੇ ਵਿੱਚ ਥੋੜੀ ਘਬਰਾਹਟ ਹੋ ਰਹੀ ਸੀ, ਇਸ ਲਈ ਖੁੱਲੀ ਹਵਾ ਵਿੱਚ ਆ ਗਈ, ਪਰ ਉਹ ਮੈਥੋਂ ਨਜ਼ਰਾਂ ਚੁਰਾ ਰਹੀ ਸੀ। ਸੰਦੀਪ ਤਾਂ ਆ ਕੇ ਸੋ ਗਈ। ਫਿਰ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਚੁੱਕੀ ਸੀ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆਇਆ ਤਾਂ ਸੁਖਪਾਲ ਦਾ ਪਤੀ ਸਾਡੇ ਦਰਵਾਜ਼ੇ ਤੇ ਖੜਾ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਪੁੱਛਦਾ, ਮੇਰੇ ਬੇਟੇ ਨੇ ਲਿਆ ਕੇ ਉਸ ਨੂੰ ਇੱਕ ਪਲੇਟ ਫੜਾ ਦਿੱਤੀ ਜਿਸ ਵਿੱਚ ਬਿਰਿਆਨੀ ਸੀ। ਸੁਖਪਾਲ ਦਾ ਪਤੀ ਮੈਨੂੰ ਕਹਿਣ ਲੱਗਿਆ, ਤੁਹਾਡੀ ਪਤਨੀ ਬਹੁਤ ਸਵਾਦ ਖਾਣਾ ਬਣਾਉਂਦੀ ਹੈ, ਖਾ ਕੇ ਦਿਲ ਖੁਸ਼ ਹੋ ਜਾਂਦਾ ਹੈ। ਇੰਨਾ ਕਹਿ ਕੇ ਉਹ ਆਪਣੇ ਘਰ ਚਲਾ ਗਿਆ। ਹੁਣ ਮੇਰੇ ਸਬਰ ਦਾ ਬੰਨ ਟੁੱਟ ਚੁੱਕਾ ਸੀ। ਮੈਂ ਸੋਚ ਲਿਆ ਸੀ ਕਿ ਇਹ ਸਭ ਕਲੀਅਰ ਕਰਕੇ ਰਹਾਂਗਾ। ਘਰ ਵਿੱਚ ਕੁਝ ਮਹਿਮਾਨ ਆਏ ਸਨ, ਇਸ ਲਈ ਮੈਂ ਸ਼ਾਂਤ ਹੋ ਗਿਆ। ਰਾਤ ਨੂੰ ਜਦੋਂ ਮੈਂ ਸੰਦੀਪ ਨੂੰ ਘਰ ਖਰਚ ਲਈ ਪੈਸੇ ਦਿੱਤੇ ਤਾਂ ਉਹ ਕਹਿਣ ਲੱਗੀ ਕਿ ਇਸ ਵਾਰ ਥੋੜੇ ਜ਼ਿਆਦਾ ਪੈਸੇ ਚਾਹੀਦੇ ਹਨ। ਗੁੱਸੇ ਵਿੱਚ ਤਾਂ ਮੈਂ ਪਹਿਲਾਂ ਹੀ ਸੀ, ਮੈਂ ਤਾਂ ਹਰ ਵਾਰ ਉਸ ਨੂੰ ਜ਼ਿਆਦਾ ਹੀ ਪੈਸੇ ਦਿੰਦਾ ਹਾਂ, ਫਿਰ ਉਸ ਨੂੰ ਘੱਟ ਕਿਉਂ ਲੱਗ ਰਹੇ ਸੀ? ਮੈਂ ਕਿਹਾ, ਧਿਆਨ ਨਾਲ ਦੇਖ, ਪਿਛਲੀ ਵਾਰ ਨਾਲੋਂ ਜ਼ਿਆਦਾ ਹੀ ਹਨ। ਤਾਂ ਉਹ ਕਹਿਣ ਲੱਗੀ ਕਿ ਖਰਚੇ ਜ਼ਿਆਦਾ ਹਨ, ਇਸ ਲਈ ਮੰਗ ਰਹੀ ਹਾਂ। ਤਾਂ ਮੈਂ ਉਸ ਨੂੰ ਹੋਰ ਪੈਸੇ ਦੇ ਦਿੱਤੇ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਆਇਆ ਤਾਂ ਮੰਮੀ ਕਹਿਣ ਲੱਗੀ, ਤੂੰ ਸੰਦੀਪ ਨੂੰ ਪੈਸੇ ਦਿੱਤੇ ਸੀ? ਮੈਂ ਕਿਹਾ, ਹਾਂ, ਘਰ ਖਰਚ ਲਈ। ਤਾਂ ਮਾਂ ਕਹਿਣ ਲੱਗੀ, ਮੈਨੂੰ ਕਿਸੇ ਨੇ ਦੱਸਿਆ ਹੈ ਕਿ ਤੇਰੀ ਪਤਨੀ ਸੁਖਪਾਲ ਨੂੰ ਪੈਸੇ ਦੇ ਰਹੀ ਸੀ। ਉਹ ਤੇਰੀ ਕਮਾਈ ਇਸ ਤਰ੍ਹਾਂ ਬਰਬਾਦ ਕਰ ਰਹੀ ਹੈ। ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ। ਮੈਂ ਤੁਰੰਤ ਜਾ ਕੇ ਸੰਦੀਪ ਦਾ ਪਰਸ ਦੇਖਿਆ ਜਿਸ ਵਿੱਚ 5000 ਘੱਟ ਸਨ। ਮੈਂ ਉਸ ਕੋਲ ਰਸੋਈ ਵਿੱਚ ਜਾ ਪਹੁੰਚਿਆ ਤੇ ਗੁੱਸੇ ਵਿੱਚ ਬੋਲਿਆ ਕਿ ਪੈਸੇ ਕਿੱਥੇ ਗਏ? ਤਾਂ ਉਹ ਬਹੁਤ ਜ਼ਿਆਦਾ ਡਰ ਗਈ ਤੇ ਰੋਣ ਲੱਗੀ। ਮੈਂ ਕਿਹਾ, ਤੂੰ ਮੈਨੂੰ ਧੋਖਾ ਕਿਉਂ ਦੇ ਰਹੀ ਹੈ? ਇੰਨੀ ਜਲਦੀ ਪੈਸੇ ਕਿੱਥੇ ਖਰਚ ਹੋ ਗਏ? ਅੱਜ ਕੱਲ ਹਰ ਗੱਲ 'ਚ ਝੂਠ ਬੋਲ ਰਹੀ ਹੈ। ਮੇਰੇ ਗੁੱਸੇ ਦੀ ਕੋਈ ਸੀਮਾ ਨਹੀਂ ਸੀ। ਉਹ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ, ਜੇ ਸੱਚ ਜਾਣਨਾ ਚਾਹੁੰਦੇ ਹੋ ਤਾਂ ਚਲੋ ਮੇਰੇ ਨਾਲ। ਉਸ ਨੇ ਮੇਰੇ ਹੱਥ 'ਚ ਬਰਤਨ ਫੜਾ ਦਿੱਤਾ ਤੇ ਮੈਨੂੰ ਸੁਖਪਾਲ ਦੇ ਘਰ ਲੈ ਗਈ। ਅਸੀਂ ਅੰਦਰ ਗਏ ਤਾਂ ਘਰ ਦੀ ਹਾਲਤ ਬਹੁਤ ਖਰਾਬ ਹੋਈ ਪਈ ਸੀ। ਵਿਹੜੇ ਵਿੱਚ 2 ਬੱਚੇ ਖੇਡ ਰਹੇ ਸਨ। ਉਹਨਾਂ ਨੇ ਜੋ ਕੱਪੜੇ ਪਾਏ ਸੀ ਉਹ ਵੀ ਮੇਰੇ ਬੇਟੇ ਦੇ ਹੀ ਸੀ। ਉਹਨਾਂ ਬੱਚਿਆਂ ਨੇ ਮੇਰੇ ਹੱਥ ਵਿੱਚੋਂ ਬਰਤਨ ਲਿਆ ਤੇ ਉਸ ਵਿਚਲਾ ਖਾਣਾ ਖਾਣ ਲੱਗੇ। ਮੈਂ ਜਦੋਂ ਸੁਖਪਾਲ ਨੂੰ ਦੇਖਿਆ ਤਾਂ ਉਹ ਵੀ ਬਹੁਤ ਕਮਜ਼ੋਰ ਜਿਹੀ ਲੱਗ ਰਹੀ ਸੀ। ਉਹ ਕਹਿਣ ਲੱਗੀ, ਵੀਰ ਜੀ ਤੁਸੀਂ ਆਓ, ਬੈਠੋ। ਉਸ ਨੇ ਸਾਨੂੰ ਇੱਕ ਟੁੱਟੇ ਜਿਹੇ ਮੰਜੇ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਵੀ ਬੈਠ ਗਈ। ਵੀਰ ਜੀ, ਅੱਜ ਕੱਲ ਤੁਸੀਂ ਕਿਵੇਂ ਸਾਡੇ ਘਰ ਦਾ ਰਸਤਾ ਭੁੱਲ ਗਏ? ਸੰਦੀਪ ਦਾ ਰੋਜ਼ ਆ ਜਾਂਦੀ ਹੈ ਖੈਰ ਖਬਰ ਪੁੱਛਣ ਲਈ।
ਜਦੋਂ ਤੋਂ ਮੇਰੇ ਪਤੀ ਨੂੰ ਕਾਰੋਬਾਰ ਵਿੱਚ ਘਾਟਾ ਪਿਆ ਹੈ, ਭੁੱਖੇ ਰਹਿਣ ਦੀ ਨੌਬਤ ਆ ਗਈ ਹੈ। ਆਪਣਾ ਘਰ ਵੀ ਛੁੱਟ ਗਿਆ। ਹੁਣ ਅਸੀਂ ਇਸ ਟੁੱਟੇ ਮਕਾਨ ਵਿੱਚ ਰਹਿ ਰਹੇ ਹਾਂ। ਇੰਨਾ ਜ਼ਿਆਦਾ ਕਰਜ਼ਾ ਹੋ ਗਿਆ ਕਿ ਸਭ ਕੁਝ ਵੇਚਣਾ ਪਿਆ। ਆਪ ਤਾਂ ਭੁੱਖੇ ਪੇਟ ਵੀ ਸੋ ਜਾਂਦੇ, ਪਰ ਬੱਚਿਆਂ ਦੀ ਭੁੱਖ ਨਾ ਦੇਖੀ ਜਾਂਦੀ। ਪਰ ਸੰਦੀਪ ਨੇ ਸਾਡੀ ਬਹੁਤ ਮਦਦ ਕੀਤੀ, ਪਰ ਲੋਕਾਂ ਤੋਂ ਛੁਪਾ ਕੇ, ਤਾਂ ਕਿ ਸਾਡੀ ਇੱਜ਼ਤ ਬਣੀ ਰਹੇ। ਮੇਰੇ ਹੀ ਬਰਤਨਾਂ ਵਿੱਚ ਮੈਨੂੰ ਖਾਣਾ ਦੇ ਜਾਂਦੀ, ਕੁਝ ਨਾ ਕੁਝ ਲੈਣ ਦੇ ਬਹਾਨੇ ਸਾਡੇ ਘਰ ਆ ਜਾਂਦੀ। ਅਸੀਂ ਤੁਹਾਡੇ ਹਮੇਸ਼ਾ ਅਹਿਸਾਨਮੰਦ ਰਹਾਂਗੇ। ਜੇ ਸੰਦੀਪ ਸਾਡੀ ਮਦਦ ਨਾ ਕਰਦੀ ਤਾਂ ਪਤਾ ਨਹੀਂ ਮੇਰੇ ਬੱਚਿਆਂ ਦਾ ਕੀ ਹੁੰਦਾ। ਅੱਜ ਸਵੇਰੇ ਵੀ ਰਾਸ਼ਨ ਖਤਮ ਸੀ ਤਾਂ ਸੰਦੀਪ ਮੈਨੂੰ ਪੈਸੇ ਦੇ ਕੇ ਗਈ। ਸਾਡੇ ਘਰ ਤਾਂ ਰੁੱਖਾ ਸੁੱਖਾ ਹੀ ਖਾਣਾ ਬਣਦਾ ਹੈ, ਤਾਂ ਸੰਦੀਪ ਜੋ ਕੁਝ ਵੀ ਚੰਗਾ ਬਣਾਉਂਦੀ ਹੈ ਮੇਰੇ ਬੱਚਿਆਂ ਨੂੰ ਜ਼ਰੂਰ ਦਿੰਦੀ ਹੈ। ਮੇਰੇ ਮਨ ਤੋਂ ਹਮੇਸ਼ਾ ਤੁਹਾਡੇ ਲਈ ਦੁਆਵਾਂ ਨਿਕਲਦੀਆਂ ਹਨ। ਸੁਖਪਾਲ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ। ਮੈਂ ਤਾਂ ਆਪਣੀ ਪਤਨੀ ਬਾਰੇ ਬਹੁਤ ਗਲਤ ਸੋਚ ਰਿਹਾ ਸੀ, ਪਰ ਉਹ ਘਰ ਆ ਕੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਉਹਨਾਂ ਦੇ ਬੱਚਿਆਂ ਤੇ ਬਹੁਤ ਤਰਸ ਆਉਂਦਾ। ਫਿਰ ਮੈਂ ਸੋਚਿਆ ਕਿ ਅਸੀਂ ਆਪਣੇ ਖਰਚੇ ਥੋੜੇ ਘੱਟ ਕਰਕੇ ਕਿਸੇ ਦੂਜੇ ਦੇ ਘਰ ਦਾ ਚੁੱਲ੍ਹਾ ਜਲਾ ਸਕਦੇ ਹਾਂ। ਮੈਨੂੰ ਲੱਗਿਆ ਕਿ ਅਸੀਂ ਆਪਣੀਆਂ ਖੁਸ਼ੀਆਂ ਵਿੱਚ ਇੰਨੇ ਮਗਨ ਹੋ ਜਾਂਦੇ ਹਾਂ ਕਿ ਕਿਸੇ ਦੂਜੇ ਦੇ ਹੰਝੂ ਸਾਨੂੰ ਦਿਖਾਈ ਹੀ ਨਹੀਂ ਦਿੰਦੇ। ਕਿਉਂ ਅਸੀਂ ਕਿਸੇ ਪਰਾਈ ਦੀ ਭੁੱਖ ਮਹਿਸੂਸ ਨਹੀਂ ਕਰ ਪਾਉਂਦੇ, ਆਪਣਾ ਹੀ ਪੇਟ ਭਰਨ ਵਿੱਚ ਲੱਗੇ ਰਹਿੰਦੇ ਹਾਂ। ਮੈਂ ਸੰਦੀਪ ਨੂੰ ਪੁੱਛਿਆ ਕਿ ਤੂੰ ਇਹ ਸਭ ਛੁਪਾ ਕੇ ਕਿਉਂ ਕਰ ਰਹੀ ਸੀ, ਮੈਨੂੰ ਦੱਸ ਵੀ ਤਾਂ ਸਕਦੀ ਸੀ। ਸੰਦੀਪ ਨੇ ਕਿਹਾ, ਮੈਂ ਮੰਮੀ ਕਰਕੇ ਤੁਹਾਨੂੰ ਨਹੀਂ ਦੱਸਿਆ। ਜੇ ਮੈਂ ਦੱਸ ਦਿੰਦੀ ਤਾਂ ਮੰਮੀ ਨੇ ਇਹ ਬਿਲਕੁਲ ਵੀ ਨਹੀਂ ਕਰਨ ਦੇਣਾ ਸੀ। ਤੁਸੀਂ ਮੰਮੀ ਸਾਹਮਣੇ ਖਲ ਜ਼ਰੂਰ ਕਰ ਦੇਣੀ ਸੀ, ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ। ਉਸ ਦਿਨ ਵੀ ਮੈਂ ਬਚਿਆ ਹੋਇਆ ਖਾਣਾ ਦੇਣ ਲਈ ਛੱਤ ਤੇ ਗਈ ਸੀ। ਮੈਨੂੰ ਹੁਣ ਆਪਣੀ ਪਤਨੀ ਤੇ ਮਾਣ ਮਹਿਸੂਸ ਹੋ ਰਿਹਾ ਸੀ। ਮੈਂ ਉਸ ਤੋਂ ਮਾਫੀ ਮੰਗੀ। ਮੈਂ ਸੁਖਪਾਲ ਦੇ ਪਤੀ ਲਈ ਇੱਕ ਦੁਕਾਨ ਦਾ ਇੰਤਜ਼ਾਮ ਕਰ ਦਿੱਤਾ। ਹੁਣ ਉਹਨਾਂ ਦੇ ਘਰ ਰੋਜ਼ ਚੁੱਲ੍ਹਾ ਜਲਣ ਲੱਗਿਆ। ਉਹਨਾਂ ਦੀਆਂ ਦੁਆਵਾਂ ਨਾਲ ਮੇਰਾ ਕੰਮ ਬਹੁਤ ਚੰਗਾ ਚੱਲ ਪਿਆ ਸੀ। ਸੋ ਦੋਸਤੋ, ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਿਆ ਕਰੋ। ਬਦਲੇ ਵਿੱਚ ਤੁਹਾਨੂੰ ਢੇਰ ਸਾਰੀਆਂ ਦੁਆਵਾਂ ਮਿਲਦੀਆਂ ਹਨ ਜੋ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੀਆਂ। ਸੋ ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।